आओ हम अपनियां मनोबिरतियां अज दी गुरमत विचारधारा नाल जोड़िए। आपां शुक्रवार वाले दिन भगत फरीद साहब जी दे सलोकां दी विचार कर रहे हाँ। उसे ही लड़ी दे तहत अज आपां सलोक नंबर 41 तो 43 तक समझांगे, जो श्री गुरु ग्रंथ साहिब जी दे पावन पन्ना नंबर 1380 ते दर्ज हैं। सलोक नंबर 41 जिस विच फरीद साहब जी फरमा रहे ने, बुढ़ा होआ शेख फरीद कंबन लगी दे, जे 100 वरियां जीवना भी तन होसी खे। फरीद साहब जी साडे जीवन की जो बड़ी सच्चाई ते असलीयत है उसनूं साडे सामने रखते हैं। जे असीं वडेरी उम्र तक जिंदा रहीए तो ये पक्की गल है कि साडा शरीर कमज़ोर हो जाता है, देह कंबन लग जाती है। गुरु तेग बहादुर साहब महाराज जी ने सानू इस दे संबंध विच गुरबाणी विच या अपने सलोकां विच बचन आखे ने, सिर कंपियो पग डगमगे, नैन जोत ते हीन, कहो नानक एह बिध पई, तऊ न हर रस लीन। ये मनुखी जिंदगी या इस शरीर की हालत जो है वो साडे सामने रखी है कि एक वक्त आउंदा है मनुख की जिंदगी विच जदों सिर कंबन लग पैंदा है, पग जिहड़े ने पैर जिहड़े ने ये डगमगाउण लग पैंदे ने। फिर असी खूंडी का सहारा लेने या वाकर का सहारा लेने जां साडे बच्चे सानू फड़ के अगे पिछे करन दी कृपालता करते ने। साडा सिर भी कंबदा है ते साडे पैर भी डगमगाउंदे ने। नैन जोत ते हीन, जिहड़ी नैना दी जोत है यानी जिहदे नाल असी वेखदे हां, जो प्रकाश है साडियां अखां दा, उस तो भी कई बारी मनुख हीना हो जाता है, जां ते पूर्ण तौर ते दिसना बंद हो जाता है जां बहुत घट दिसदा है। कहो नानक एह बिध पई, तऊ न हर रस लीन। ये भी सच्चाई है कि मनुख की जदों इहो जी हालत हो जाती है शरीरक तौर पर, उदों भी ये प्रभु के नाम वाल अपनी सुरत नूं नहीं जोड़ता। उदों भी इहो ही कोशिश हुंदी है कि अपने बच्चों नाल, अपने दोहतरे पोतरियां नाल अगे तो अगे ये साडा मन उत्थे उलझिया रहिंदा, जां इस तरह आखीए साडा मन सानू उलझाई रखदा है, सानू प्रभु की भगती वाले इहो जी अवस्था विच भी जुड़न नहीं देंदा। फरीद साहब आखदे ने, वैसे फरीद जी की अपनी गल है, बुढ़ा होआ शेख फरीद। जदों फरीद साहब की उम्र वडेरी हो गई, वैसे फरीद साहब ने अपनी वडेरी उम्र का एक था होर अपने सलोकां में जिक्र किया होया है, जिथे उन्होंने आख्या अज फरीदा कूजड़ा सै कोहां थी ओम। पानी वाला लोटा कोई बहुत ही दूर नहीं सी,
ਕਮਰੇ ਦੇ ਵਿੱਚ ਹੀ ਹੋਣਾ ਹੈ ਕਿਤੇ ਨਾ ਕਿਤੇ। ਪਰ ਇਸ ਵਡੇਰੀ ਉਮਰ ਵਿੱਚ ਐਂ ਲੱਗਦਾ ਵੀ ਜਿਵੇਂ 100 ਮੀਲਾਂ ਦੀ ਵਿੱਥ ਤੇ ਪਿਆ ਹੋਵੇ। ਕਟੋਰਾ 100 ਮੀਲਾਂ ਦੀ ਵਿੱਥ ਤੇ ਨਹੀਂ ਹੈ, ਘੜਾ 100 ਮੀਲਾਂ ਦੀ ਵਿੱਥ ਤੇ ਨਹੀਂ। ਉੱਠਣ ਦੀ ਹਿੰਮਤ ਨਹੀਂ ਰਹੀ, ਉੱਥੋਂ ਤੱਕ ਪਹੁੰਚਣ ਦੀ ਹਿੰਮਤ ਨਹੀਂ ਰਹੀ ਕਿ ਮੈਂ ਉੱਠ ਕੇ ਘੜੇ 'ਚੋਂ ਪਾਣੀ ਪਾ ਕੇ ਆਪੇ ਪੀ ਲਵਾਂ। ਇਹ ਅਵਸਥਾ ਸਾਡੀ ਮਨੁੱਖਤਾ ਦੀ ਬਣਦੀ ਫਰੀਦ ਸਾਹਿਬ ਨੇ ਦਰਸਾਈ ਹੈ। ਜਦੋਂ ਸ਼ੇਖ ਫਰੀਦ ਬੁੱਢਾ ਹੋ ਗਿਆ ਤੇ ਉਹ ਆਪ ਹੀ ਆਖਦੇ ਨੇ, ਕੰਬਣ ਲੱਗੀ ਦੇ, ਹੁਣ ਮੇਰਾ ਸਰੀਰ ਪੂਰੇ ਦਾ ਪੂਰਾ ਕੰਬਣ ਲੱਗ ਪਿਆ, ਥਿਰ ਨਹੀਂ ਰਹਿੰਦਾ, ਟਿਕਾ ਵਿੱਚ ਨਹੀਂ ਰਹਿੰਦਾ। ਆਪਾਂ ਕਈ ਵਾਰੀ ਐਸਾ ਸੋਚਦੇ ਹਾਂ ਔਰ ਕਈ ਵਾਰੀ ਲੋਕ ਸਵਾਲ ਵੀ ਕਰਦੇ ਨੇ ਵੀ ਜਿਹੜੇ ਮਹਾਂਪੁਰਸ਼ ਹੁੰਦੇ ਨੇ, ਜਿਹੜੇ ਸੰਤ ਸਾਧੂ ਜਨ ਹੁੰਦੇ ਨੇ, ਉਹਨਾਂ ਨੂੰ ਰੋਗ ਕਿਉਂ ਆ ਲੱਗਦੇ ਨੇ, ਉਹਨਾਂ ਉੱਤੇ ਬੁਢੇਪਾ ਕਿਉਂ ਆ ਜਾਂਦਾ। ਅਸਲ ਵਿੱਚ ਗੱਲ ਬੜੀ ਸੱਚੀ ਏ, ਉਹਨਾਂ ਉੱਤੇ ਬੁਢੇਪਾ ਨਹੀਂ ਆਇਆ, ਉਹਨਾਂ ਨੂੰ ਰੋਗ ਵੀ ਕੋਈ ਨਹੀਂ ਲੱਗਿਆ। ਇਹ ਬੁਢੇਪਾ ਸਰੀਰ ਉੱਤੇ ਆਇਆ ਹੈ ਤੇ ਰੋਗ ਵੀ ਸਰੀਰ ਨੂੰ ਹੀ ਲੱਗਦੇ ਨੇ, ਉਹਨਾਂ ਨੂੰ ਨਹੀਂ ਲੱਗਦਾ। ਇਹ ਵੀ ਗੱਲ ਸਮਝਣ ਵਾਲੀ ਏ ਕਿ ਆਪਾਂ ਸਰੀਰ ਨਹੀਂ ਹਾਂ, ਆਪਾਂ ਕੁਝ ਹੋਰ ਹਾਂ ਜਿਸ ਦਾ ਆਪਾਂ ਨੂੰ ਅਜੇ ਪਤਾ ਨਹੀਂ। ਮੈਂ ਪਿੱਛੇ ਜੇ ਆਪ ਜੀ ਨਾਲ ਇੱਕ ਬਚਨ ਸਾਂਝਾ ਕੀਤਾ ਸੀ ਕਿ ਸਾਡੇ ਦੋ ਆਪੇ ਨੇ, ਅਸੀਂ ਦੋ ਤਰ੍ਹਾਂ ਨਾਲ ਮੈਂ ਹਾਂ। ਇੱਕ ਮੈਂ ਹੈ ਮੇਰੇ ਮਨ ਦੀ, ਮੇਰੀ ਹਉਮੈ ਦੀ, ਮੇਰੀ ਆਪਣਤ ਦੀ। ਇੱਕ ਮੈਂ ਹੈ ਮੇਰੀ ਸੱਚੀ ਮੈਂ, ਜਿਹੜੀ ਕਦੇ ਬਿਨਸਦੀ ਨਹੀਂ, ਜਿਸ ਨੂੰ ਅਸੀਂ ਆਤਮਿਕ ਜੀਵਨ ਆਖਦੇ ਹਾਂ। ਸੋ ਅਸੀਂ ਆਤਮਿਕ ਜੀਵਨ ਤੱਕ ਤੇ ਬੜੀ ਦੂਰ ਦੀ ਖੇਡ ਪਹੁੰਚ ਹੀ ਨਹੀਂ ਪਾਉਂਦੇ, ਅਸੀਂ ਆਪਣੇ ਮਨ ਤੱਕ ਵੀ ਨਹੀਂ ਪਹੁੰਚਦੇ। ਮਨ ਸਾਨੂੰ ਸਾਰੀ ਜ਼ਿੰਦਗੀ ਉਲਝਾਈ ਰੱਖਦਾ, ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਅਸੀਂ ਕਰਨਾ ਕੀ ਸੀ ਤੇ ਕਰ ਕੀ ਰਹੇ ਹਾਂ। ਫਰੀਦ ਸਾਹਿਬ ਆਖਦੇ ਨੇ ਕਿ ਜਦੋਂ ਇਹੋ ਜਿਹੀ ਹਾਲਤ ਹੋ ਜਾਂਦੀ ਹੈ ਸਰੀਰ ਦੀ, ਨਾ ਕਿ ਆਤਮਾ ਦੀ, ਦੇਹ ਕੰਬਣ ਲੱਗ ਪਈ ਤੇ ਉਹਨੂੰ ਆਖਦੇ ਨੇ ਭਾਵੇਂ ਜੇ 100 ਵਰ੍ਹਿਆਂ ਤੱਕ ਵੀ ਜੀਣਾ ਹੋਵੇ, ਆਖਰ ਇਹ ਸਰੀਰ ਨੇ ਤੇ ਮਿੱਟੀ ਤੋਂ ਬਣਿਆ ਤੇ ਇਸ ਨੇ ਮਿੱਟੀ ਵਿੱਚ ਹੀ ਮਿਲ ਜਾਣਾ। ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ। ਇਹ ਜਿਹੜੀ ਸਰੀਰ ਦੀ ਇਹ ਮਿੱਟੀ ਇਕੱਠੀ ਹੋਈ ਹੈ ਨਾ, ਇਹ 5 ਤੱਤ ਇਕੱਠੇ ਕਰਕੇ ਸਰੀਰ ਬਣਾਇਆ ਗਿਆ ਹੈ। 4 ਦਿਵਸ 4 ਕੋ ਪੇਖਣਾ, ਅੰਤ ਖੇ ਕੀ ਖੇ। ਬਸ ਇਹ ਜ਼ਿੰਦਗੀ 4 ਦਿਹਾੜੀਆਂ ਦਾ ਮੇਲਾ ਜੇ ਸੱਜਣੋ। ਆਖਰ ਇਸ ਸਰੀਰ ਨੇ ਜਿਸ ਮਿੱਟੀ ਤੋਂ ਇਹ ਬਣਿਆ ਹੈ, ਉਸੇ ਮਿੱਟੀ ਵਿੱਚ ਹੀ ਇਸ ਨੇ ਦਫਨ ਹੋ ਜਾਣਾ ਹੈ ਜਾਂ ਸੜ ਕੇ ਸੁਆਹ ਹੋ ਜਾਣਾ ਹੈ। ਇਹਦਾ ਇਸ ਤੋਂ ਵੱਧ ਹੋਰ ਕੁਝ ਵੀ ਨਹੀਂ ਬਣਨਾ। ਹੁਣ ਇੱਥੇ ਗੱਲ ਕੀਤੀ ਹੈ ਸ਼ੇਖ ਫਰੀਦ ਜੀ ਨੇ ਆਪਣੇ ਸਰੀਰ ਦੀ, ਲੇਕਿਨ ਆਪਾਂ ਸਾਰੇ ਜੇ ਆਪੋ ਆਪਣੇ ਸਰੀਰ ਵੱਲ ਝਾਤੀ ਮਾਰ ਕੇ ਵੇਖੀਏ ਤੇ ਕੀ ਜਿਸ ਤਰ੍ਹਾਂ ਦਾ ਇਹ ਪਹਿਲਾਂ ਸੀ ਉਸ ਤਰ੍ਹਾਂ ਦਾ ਹੁਣ ਹੈ। ਤੁਸੀਂ ਜਿਸ ਵੀ ਉਮਰ ਵਿੱਚ ਹੋ, ਅਕਸਰ ਅਸੀਂ ਇਸ ਉਮਰ ਵਿੱਚ ਕੁਝ ਪਿਛਲਾ ਸਮਾਂ ਬਿਤਾ ਕੇ ਆਏ ਹਾਂ। ਜਿਹੜਾ ਪਿਛਲਾ ਸਮਾਂ ਆਪਾਂ ਬਿਤਾਇਆ ਹੈ, ਵੇਖੀਏ ਤਾਂ ਸਹੀ ਕਿ ਅਸੀਂ ਉਹੋ ਜਿਹੇ ਹੈਗੇ ਹਾਂ ਹੁਣ, ਸਾਡਾ ਸਰੀਰ ਉਹੋ ਜਿਹਾ ਹੈ ਹੁਣ, ਆਪਾਂ ਪਾਵਾਂਗੇ ਨਹੀਂ। ਜਦੋਂ ਜਵਾਨੀ ਆਉਂਦੀ ਏ, ਬਚਪਨਾ ਪਿੱਛੇ ਰਹਿ ਜਾਂਦਾ ਹੈ। ਜਦੋਂ ਬੁਢੇਪਾ ਆਉਂਦਾ ਉਦੋਂ ਜਵਾਨੀ ਵੀ ਪਿੱਛੇ ਰਹਿ ਜਾਂਦੀ ਹੈ। ਤੇ ਸਿਆਣੇ ਆਖਦੇ ਨੇ ਬਚਪਨਾ ਆਉਂਦਾ ਹੈ ਤੇ ਚਲਾ ਜਾਂਦਾ ਹੈ, ਜਵਾਨੀ ਵੀ ਆਉਂਦੀ ਹੈ ਤੇ ਚਲੀ ਜਾਂਦੀ ਹੈ, ਬੁਢੇਪਾ ਆਉਂਦਾ ਹੈ ਪਰ ਇਹ ਜਾਂਦਾ ਨਹੀਂ। ਇਹ ਸਾਨੂੰ ਆਪਣੇ ਨਾਲ ਲੈ ਕੇ ਜਾਂਦਾ, ਇਹ ਸਾਨੂੰ ਛੱਡ ਕੇ ਨਹੀਂ ਜਾਂਦਾ। ਇਹ ਸਾਡਾ ਬਹੁਤ ਪਿਆਰਾ ਮਿੱਤਰ ਹੈ। ਫਰੀਦ ਸਾਹਿਬ ਜਦੋਂ ਆਖਦੇ ਨੇ ਮੇਰੇ ਸਰੀਰ ਦੀ ਇਹ ਹਾਲਤ, ਤੇ ਆਪਾਂ ਸਾਰਿਆਂ ਨੇ ਆਪੋ ਆਪਣੇ ਸਰੀਰ ਦੀ ਹਾਲਤ ਵੀ ਵੇਖਣੀ ਹੈ ਕਿ ਕੀ ਪਿਛਲਾ ਸਮਾਂ ਜੋ ਆਪਾਂ ਬਿਤਾਇਆ ਹੈ
ਅੱਜ ਅਸੀਂ ਉਹੋ ਜਿਹੇ ਹਾਂ ਕਿ ਕੋਈ ਫਰਕ ਪਿਆ ਹੈ। ਜੇ ਫਰਕ ਪਿਆ ਤੇ ਫਿਰ ਆਪਾਂ ਇਸ ਨੂੰ ਸਮਝਣਾ ਹੈ ਕਿ ਇਹ ਜਿਹੜਾ ਸਾਡੇ ਸਰੀਰ ਦੇ ਉੱਤੇ ਫਰਕ ਪਿਆ ਹੈ, ਜਿਹੜਾ ਸਾਡੇ ਸਰੀਰ ਦੇ ਉੱਤੇ ਅਸਰ ਹੋਇਆ ਹੈ ਸਮੇਂ ਦਾ, ਕੀ ਅਸੀਂ ਇਸੇ ਤਰ੍ਹਾਂ ਹੀ ਅੱਗੇ ਚੱਲਦੇ ਜਾਣਾ ਹੈ ਕਿ ਕੁਝ ਤਬਦੀਲ ਕਰਨਾ ਹੈ ਅਸੀਂ ਆਪਣੇ ਵਿੱਚ? ਕਿ ਕੀ ਅਸੀਂ ਸੋਚਣਾ ਹੈ ਕਦੀ ਕਿ ਅਸੀਂ ਕਾਹਦੇ ਵਾਸਤੇ ਸੰਸਾਰ ਵਿੱਚ ਆਏ ਹਾਂ? ਸਾਡੇ ਸਰੀਰ ਦਾ ਇਹ ਜਿਹੜੀ ਹਾਲਤ ਹੈ ਤਬਦੀਲ ਹੁੰਦੀ ਜਾ ਰਹੀ ਹੈ। ਇੱਕ ਦਿਨ ਇਹ ਸਰੀਰ ਨੇ ਉਸ ਜਗ੍ਹਾ ਤੇ ਚਲੇ ਜਾਣਾ ਹੈ ਜਿੱਥੋਂ ਜਾ ਕੇ ਕਦੀ ਕੋਈ ਵਾਪਸ ਨਹੀਂ ਆਉਂਦਾ। ਤੇ ਫਿਰ ਮੇਰੇ ਸਰੀਰ ਦੇ ਇੱਥੇ ਸੰਸਾਰ ਵਿੱਚ ਪੈਦਾ ਹੋਣ ਦਾ ਕੋਈ ਜ਼ਰੂਰ ਮਨੋਰਥ ਹੋਏਗਾ। ਉਹ ਕੀ ਹੈ, ਉਸ ਨੂੰ ਆਪਾਂ ਸਮਝਣਾ। ਮੈਂ ਇੱਕ ਬਚਨ ਛੋਟਾ ਜਿਹਾ ਆਪ ਜੀ ਨਾਲ ਕਰਨਾ ਚਾਹਾਂਗਾ ਕਿ ਪਿਛਲੇ ਦਿਨੀ ਨਾ ਇੱਕ ਸੱਜਣ ਇੱਥੇ ਗੁਰੂ ਘਰ ਵਿੱਚ ਹੀ ਮੇਰੇ ਪਾਸ ਆਏ ਸਨ। ਉਹਨਾਂ ਦੇ ਮਾਤਾ ਤੇ ਪਿਤਾ ਦੋਨੋਂ ਹੀ ਥੋੜ੍ਹੇ ਜਿਹੇ ਵਕਫੇ ਨਾਲ ਅਕਾਲ ਚਲਾਣਾ ਕਰ ਗਏ ਸਨ। ਪਹਿਲਾਂ ਪਿਤਾ ਜੀ ਚਲੇ ਗਏ, ਫਿਰ ਮਾਤਾ ਜੀ ਚਲੇ ਗਏ ਥੋੜ੍ਹੇ ਜਿਹੇ ਦਿਨਾਂ ਤੋਂ ਬਾਅਦ। ਤੇ ਉਹ ਇਸ ਕਾਰਨ ਦੁਖੀ ਸਨ। ਸੁਭਾਵਕ ਹੈ, ਦੁਖੀ ਹੋਣਾ ਕੋਈ ਮਾੜੀ ਗੱਲ ਨਹੀਂ। ਮਾਤਾ ਪਿਤਾ, ਕੋਈ ਭੈਣ ਭਰਾ, ਸਾਡੇ ਪਰਿਵਾਰ ਚੋਂ ਕੋਈ ਜੀ ਸਾਨੂੰ ਸਦਾ ਲਈ ਛੱਡ ਕੇ ਚਲਾ ਜਾਏ ਤੇ ਦੁੱਖ ਦਾ ਆਉਣਾ ਸੁਭਾਵਕ ਹੁੰਦਾ ਹੈ, ਆ ਜਾਂਦਾ ਹੈ, ਆ ਜਾਣਾ ਚਾਹੀਦਾ। ਆਪਾਂ ਕੋਈ ਪੱਥਰ ਦੇ ਥੋੜੀ ਬਣੇ। ਸਾਡੀ ਭਾਵਨਾ ਹੈ ਸੰਸਾਰ ਨਾਲ ਵੀ ਜੁੜੀ ਹੈ। ਇਸ ਭਾਵਨਾ ਨੂੰ ਅਸੀਂ ਨਿਰੰਕਾਰ ਨਾਲ ਵੀ ਜੋੜਨਾ। ਉਹ ਮੈਨੂੰ ਆਖਣ ਲੱਗੇ ਵੀ ਮੇਰੇ ਹੀ ਮਾਤਾ ਪਿਤਾ ਕਿਉਂ ਚਲੇ ਗਏ? ਇੱਥੇ ਜਾ ਕੇ ਅਸੀਂ ਇੱਕ ਵਿਚਾਰ ਕਰਨੀ ਹੈ। ਚਲੇ ਗਏ, ਦੁੱਖ ਆਉਂਦਾ ਹੈ, ਉਹ ਰੋ ਲੈਂਦਾ ਹੈ ਬੈਠ ਕੇ ਉਹਨਾਂ ਦੀ ਯਾਦ ਵਿੱਚ, ਉੱਥੋਂ ਤੱਕ ਸਭ ਠੀਕ ਹੈ। ਲੇਕਿਨ ਜੇ ਕੋਈ ਆਖੇ ਕਿ ਮੇਰੇ ਹੀ ਮਾਤਾ ਪਿਤਾ ਕਿਉਂ ਚਲੇ ਗਏ, ਇੱਥੇ ਫਿਰ ਬੜੇ ਸਵਾਲ ਪੈਦਾ ਹੋਣਗੇ ਕਿ ਕੀ ਕਦੀ ਕਿਸੇ ਦਾ ਕੋਈ ਮਾਂ ਪਿਓ ਰਿਹਾ ਵੀ ਇਸ ਸੰਸਾਰ ਵਿੱਚ? ਜੇ ਤੇ ਬਾਕੀ ਲੋਕਾਂ ਦੇ ਰਹਿੰਦੇ ਨੇ, ਫਿਰ ਤੇ ਅਸੀਂ ਕਹਿ ਸਕਦੇ ਹਾਂ ਕਿ ਮੇਰੇ ਹੀ ਕਿਉਂ ਚਲੇ ਗਏ। ਜੇ ਸਭਨਾਂ ਦੇ ਹੀ ਜਾ ਰਹੇ ਨੇ ਤੇ ਫਿਰ ਇਹ ਸਵਾਲ ਜਿਹੜਾ ਹੈ, ਇਹ ਸਵਾਲ ਇਹਦੀ ਕੋਈ ਬੁਨਿਆਦ ਨਹੀਂ, ਇਹਦੀ ਕੋਈ ਪਾਇਆ ਨਹੀਂ। ਇਹ ਸਵਾਲ ਨਾ ਹੀ ਕੀਤਾ ਜਾਏ ਤੇ ਚੰਗਾ। ਮੈਂ ਉਹਨਾਂ ਨਾਲ ਬਹਿ ਕੇ ਵਿਚਾਰ ਕਰਦਾ ਸਾਂ ਤੇ ਇੱਕ ਗੱਲ ਉਹਨਾਂ ਨੂੰ ਮੈਂ ਆਖੀ ਸੀ ਕਿ ਸਾਨੂੰ ਨਾ ਜੀਵਨ ਦੀ ਅਸਲੀਅਤ ਨੂੰ ਸਮਝਣਾ ਚਾਹੀਦਾ ਹੈ। ਮੈਨੂੰ ਦੁੱਖ ਹੈ ਕਿ ਤੇਰੇ ਮਾਤਾ ਪਿਤਾ ਚਲੇ ਗਏ ਨੇ, ਪਰ ਸ਼ਾਇਦ ਤੈਨੂੰ ਨਹੀਂ ਪਤਾ ਮੇਰੇ ਵੀ ਗਏ ਹੋਏ ਨੇ। ਮੈਂ ਬਹੁਤ ਛੋਟਾ ਜਿਹਾ ਸਾਂ, 5ਵੀਂ ਜਾਂ 4ਥੀ ਕਲਾਸ ਵਿੱਚ ਸਾਂ ਜਦੋਂ ਪਿਤਾ ਜੀ ਚਲੇ ਗਏ ਸਨ। ਤੇ ਹੁਣ ਹੀ ਅਜੇ ਪਿਛਲੇ ਸਾਲ ਮਾਤਾ ਜੀ ਵੀ ਚਲੇ ਗਏ ਨੇ। ਸਭਨਾਂ ਨੇ ਚਲੇ ਜਾਣਾ ਹੈ। ਕਿਉਂ ਚਲੇ ਗਏ ਇਹ ਨਹੀਂ ਗੱਲ ਅਸੀਂ ਕਰਨੀ, ਚਲੇ ਗਏ ਨੇ। ਕਿਉਂ ਚਲੇ ਗਏ ਨੇ? ਕਿਉਂਕਿ ਇਹ ਇੱਕ ਜੀਵਨ ਦੀ ਸੱਚਾਈ ਹੈ। ਇਸ ਸੱਚਾਈ ਨੂੰ ਅਸਾਂ ਸਮਝਣਾ। ਜੇਕਰ ਅਸੀਂ ਸਵਾਲ ਕਰੀਏ ਮੇਰੇ ਕਿਉਂ ਚਲੇ ਗਏ, ਤੇ ਇਹਦਾ ਇੱਕ ਮਤਲਬ ਬੜਾ ਹੀ ਸਿੱਧਾ ਜਿਹਾ ਹੈ ਕਿ ਸਾਨੂੰ ਸਾਰੀ ਜ਼ਿੰਦਗੀ ਹੋ ਗਈ ਗੁਰਦੁਆਰੇ ਆਉਂਦਿਆਂ, ਅਸੀਂ ਗੁਰੂ ਦੀ ਅਜੇ ਤੱਕ ਗੱਲ ਨਹੀਂ ਸੁਣੀ। ਜੇ ਅਸੀਂ ਗੁਰੂ ਦੀ ਗੱਲ ਸੁਣ ਲੈਂਦੇ ਤੇ ਸਾਡੇ ਅੰਦਰ ਇਹ ਸਵਾਲ ਨਾ ਪੈਦਾ ਹੁੰਦਾ ਕਿ ਮੇਰੇ ਕਿਉਂ ਚਲੇ ਗਏ। ਆ ਵੇਖੋ, ਪਹਿਲੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ, ਰਾਜੇ ਰਈਅਤ ਸਿਕਦਾਰ ਕੋਏ ਨਾ ਰਹਿਸੀਓ। ਚਾਹੇ ਕੋਈ ਰਾਜ ਭਾਗ ਦਾ ਮਾਲਕ ਹੋਵੇ, ਇੱਕ ਮੁਲਕ ਤੇ ਨਹੀਂ, ਚਾਹੇ ਸਾਰੀ ਦੁਨੀਆ ਤੇ ਰਾਜ ਕਿਉਂ ਨਾ ਕਰਦਾ ਹੋਵੇ। ਆਪਾਂ ਨੂੰ ਪਤਾ ਹੀ ਅੰਗਰੇਜ਼ਾਂ ਨੇ ਬਹੁਤ ਦੂਰ ਤੱਕ ਰਾਜ ਕੀਤਾ, ਧਰਤੀ ਦੇ ਵੱਡੇ ਹਿੱਸੇ ਤੇ ਉਹਨਾਂ ਨੇ ਰਾਜ ਕੀਤਾ ਕਿ ਕੀ ਹੋ ਰਹੇ? ਰਾਜੇ ਰਈਅਤ ਸਾਰੀ ਪ੍ਰਜਾ, ਸਿਕਦਾਰ ਦਾ ਮਤਲਬ ਹੁੰਦਾ ਚੌਧਰੀ। ਕੋਏ ਨਾ ਰਹਿਸੀਓ, ਵੱਡੇ ਵੱਡੇ ਚੌਧਰੀ ਲੱਦ ਗਏ ਨੇ ਇੱਥੋਂ। ਹੱਟ ਪੱਟਣ ਬਾਜ਼ਾਰ ਹੁਕਮੀ ਟਹਿਸੀਓ। ਇਹ ਵੱਡੇ ਵੱਡੇ ਬਾਜ਼ਾਰ, ਇਹ ਵੱਡੇ ਵੱਡੇ ਸ਼ਹਿਰ, ਇਹ ਪੱਕੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ, ਇਹ ਵਾਹਿਗੁਰੂ ਜੀ ਦੇ ਹੁਕਮ ਨਾਲ ਇੱਕ ਦਿਨ ਢਹਿ ਢੇਰੀ ਹੋ ਜਾਂਦੀਆਂ ਨੇ ਤੇ ਸਭ ਕੁਝ ਮਿੱਟੀ ਤੋਂ ਬਣਿਆ, ਮਿੱਟੀ ਵਿੱਚ ਹੀ ਰਲ ਜਾਂਦਾ। ਹੁਕਮੀ ਟਹਿਸੀਓ, ਅਸੀਂ ਹੁਕਮ ਨੂੰ ਪਹਿਚਾਨਣਾ ਹੈ, ਵਾਹਿਗੁਰੂ ਜੀ ਦੇ ਹੁਕਮ ਨੂੰ।
ਜੇ ਉਸ ਮਾਲਕ ਦੇ ਹੁਕਮ ਨੂੰ ਪਹਿਚਾਣਦੇ ਹੋਈਏ, ਅਸੀਂ ਕਦੇ ਨਾ ਆਖੀਏ ਕਿ ਮੇਰਾ ਬਚਪਨਾ ਕਿਉਂ ਚਲਾ ਗਿਆ, ਮੇਰੀ ਜਵਾਨੀ ਕਿਉਂ ਚਲੀ ਗਈ, ਮੇਰੇ ਤੇ ਬੁਢੇਪਾ ਕਿਉਂ ਆ ਗਿਆ। ਜੇ ਅਸੀਂ ਰੱਬੀ ਹੁਕਮ ਨੂੰ ਸਮਝਦੇ ਹਾਂ ਤੇ ਇਹ ਗੱਲਾਂ ਅਸੀਂ ਕਦੀ ਨਹੀਂ ਕਹਿ ਸਕਦੇ, ਕਿਉਂਕਿ ਇਹ ਕੁਦਰਤ ਦਾ ਇੱਕ ਅਸੂਲ ਹੈ, ਕੁਦਰਤ ਦੇ ਕੁਝ ਨਿਯਮ ਨੇ। ਅਸੀਂ ਆਪਣੇ ਨਿਯਮਾਂ ਦੀ ਉਲੰਘਣਾ ਕਰ ਲੈਂਦੇ ਹਾਂ, ਬਹੁਤ ਵਾਰੀ ਕਰੀਦੀ ਹੈ, ਲੇਕਿਨ ਕੁਦਰਤ ਨਹੀਂ ਕਰਦੀ, ਪਰਮਾਤਮਾ ਨਹੀਂ ਕਰਦਾ। ਉਹਨੇ ਜਿਹੜੇ ਅਸੂਲ ਬਣਾਏ ਨੇ ਉਹ ਸਾਧੂ ਲਈ ਵੀ ਉਹੋ ਜਿਹੇ ਨੇ, ਗੁਰੂ ਲਈ ਵੀ ਉਹੋ ਜਿਹੇ ਨੇ, ਮੇਰੇ ਲਈ ਵੀ ਤੇ ਤੁਹਾਡੇ ਲਈ ਵੀ ਇੱਕੋ ਜਿਹੇ ਨੇ। ਅੱਗ ਬਲਦੀ ਉਹਦਾ ਸੁਭਾਅ ਹੈ ਸਾੜਨਾ, ਉਹਦੇ ਵਿੱਚ ਸਾਧੂ ਆਪਣਾ ਹੱਥ ਪਾਏ, ਉਹਦੇ 'ਚ ਗੁਰੂ ਆਪਣਾ ਹੱਥ ਪਾਏ, ਉਹਦੇ 'ਚ ਮੈਂ ਪਾਵਾਂ ਜਾਂ ਤੁਸੀਂ ਪਾਓ। ਕੁਦਰਤ ਦਾ ਨਿਯਮ ਹੈ, ਹੱਥ ਸਭਨਾਂ ਦਾ ਸੜੇਗਾ। ਇਹ ਕੁਦਰਤ ਦੇ ਕੁਝ ਅਸੂਲ ਨੇ, ਜਿਨ੍ਹਾਂ ਅਸੂਲਾਂ ਨੂੰ ਕੁਦਰਤ ਕਦੀ ਅੱਖੋਂ ਪਰੋਖੇ ਨਹੀਂ ਕਰਦੀ। ਸੋ ਜੇ ਅਸੀਂ ਇਹ ਚੀਜ਼ ਸਮਝ ਲਈਏ ਕਿ ਨਾਨਕ ਹੁਕਮ ਪਛਾਣ ਕੇ ਤਉ ਖਸਮੈ ਮਿਲਣਾ, ਜੇ ਅਸੀਂ ਰੱਬੀ ਹੁਕਮ ਨੂੰ ਪਹਿਚਾਣ ਕੇ ਰੱਬ ਜੀ ਵਿੱਚ ਸਮਾ ਸਕਦੇ ਹਾਂ, ਤੇ ਫਿਰ ਇਹਦਾ ਮਤਲਬ ਹੈ ਅਸੀਂ ਸਾਰੀ ਜ਼ਿੰਦਗੀ ਗੁਰਦੁਆਰੇ ਫੇਰੇ ਤਾਂ ਮਾਰਦੇ ਰਹੇ ਹਾਂ, ਲੇਕਿਨ ਗੁਰੂ ਦੀ ਇੱਕ ਵੀ ਗੱਲ ਆਪਾਂ ਨਹੀਂ ਸੁਣੀ। ਜੇ ਗੁਰੂ ਦੀ ਗੱਲ ਸੁਣ ਲਈਏ ਤੇ ਫਿਰ ਇਹ ਜੀਵਨ ਦੀ ਸਚਾਈ ਸਾਡੇ ਸਾਹਮਣੇ ਹੈ। ਰਾਵਣ ਆਖਦਾ ਸੀ ਕਿ ਮੈਂ ਕਾਲ ਨੂੰ ਪਾਵੇ ਨਾਲ ਬੰਨ੍ਹ ਲਿਆ, ਭਾਵ ਮੈਂ ਕਾਲ ਉੱਤੇ ਜਿੱਤ ਹਾਸਲ ਕਰ ਲਈਏ। ਕੀ ਕਰ ਪਾਇਆ? ਕਿ ਉਹਨੂੰ ਸੰਸਾਰ ਤੋਂ ਜਾਣਾ ਨਾ ਪਿਆ। ਜਿਹੜੇ ਰਾਮਚੰਦਰ ਉਸ ਨੂੰ ਮਾਰਨ ਵਾਲੇ, ਆਪਣੇ ਆਪ ਨੂੰ ਭਗਵਾਨ ਅਖਵਾਉਣ ਵਾਲੇ, ਕਿ ਉਹ ਭਗਵਾਨ ਸੰਸਾਰ ਵਿੱਚ ਰਹੇ, ਕਿ ਉਹਨਾਂ ਭਗਵਾਨਾਂ ਨੂੰ ਨਾ ਜਾਣਾ ਪਿਆ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜੇ ਕੋਈ ਆਇਆ ਤੇ ਆਇਆ ਕਾਹਦੇ ਲਈ? ਜਾਣ ਵਾਸਤੇ। ਜੇ ਕੋਈ ਗਿਆ ਏ ਤੇ ਗਿਆ ਕਾਹਦੇ ਲਈ? ਆਉਣ ਵਾਸਤੇ। ਮਰ ਮਰ ਜੰਮੈ, ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਇਹ ਜੀਵ ਮਰਦਾ ਹੈ ਜੰਮਣ ਲਈ ਤੇ ਜੰਮਦਾ ਹੈ ਮਰਨ ਲਈ। ਜਿੰਨਾ ਚਿਰ ਆਪਣੇ ਅਸਲੇ ਵਿੱਚ ਲੀਨ ਨਹੀਂ ਹੋ ਜਾਂਦਾ, ਉਹਨਾਂ ਚਿਰ ਇਹਦੀ ਹਾਲਤ ਬਣੀ ਰਹਿੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਬਚਨ ਨੇ, ਰਾਣਾ ਰਾਓ ਨਾ ਕੋ ਰਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ। ਨਾ ਇੱਥੇ ਕੋਈ ਅਮੀਰ ਜ਼ਿਆਦਾ ਰਹੇਗਾ, ਨਾ ਕੋਈ ਗਰੀਬ ਜ਼ਿਆਦਾ ਰਹੇਗਾ, ਨਾ ਕੋਈ ਸਾਧੂ ਫਕੀਰ ਰਹੇਗਾ, ਨਾ ਕੋਈ ਰੰਕ ਰਹੇਗਾ। ਆਪਣੀ ਆਪਣੀ ਵਾਰੀ ਤੇ ਅਸੀਂ ਸਾਰੇ ਚਲੇ ਜਾਣਾ ਹੈ। ਸੋ ਇਸ ਅਸਲੀਅਤ ਨੂੰ ਆਪਾਂ ਇਹਦੇ ਵੱਲੋਂ ਅੱਖਾਂ ਬੰਦ ਨਾ ਕਰੀਏ। ਸਾਨੂੰ ਅੱਖਾਂ ਖੋਲ੍ਹ ਕੇ ਰੱਖਣੀਆਂ ਚਾਹੀਦੀਆਂ ਨੇ ਕਿ ਸੰਸਾਰ ਵਿੱਚ ਆਪਾਂ ਸਦਾ ਵਾਸਤੇ ਨਹੀਂ ਆਏ, ਆਪਾਂ ਥੋੜ੍ਹੇ ਚਿਰ ਲਈ ਆਏ ਹਾਂ। ਗੁਰੂ ਨਾਨਕ ਸਾਹਿਬ ਦਾ ਉਹ ਬਚਨ ਜਿਹੜਾ ਭਾਈ ਮੂਲਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਲਿਖ ਕੇ ਦਿੱਤਾ ਸੀ, ਗੱਲੀ ਬਾਤੀ ਨਹੀਂ, ਕਾਗਜ਼ ਤੇ ਉੱਤੇ ਲਿਖ ਕੇ ਦਿੱਤਾ ਸੀ, ਮਰਨਾ ਸੱਚ ਤੇ ਜਿਉਣਾ ਝੂਠ। ਹੁਣ ਜੇ ਅਸੀਂ ਇਹ ਗੱਲ ਸੁਣ ਲਈਏ ਅੱਜ ਗੁਰੂ ਜੀ ਕੋਲੋਂ, ਤੇ ਸਾਨੂੰ ਇਹ ਆਪਣੇ ਅੰਦਰ ਵਸਾ ਲੈਣੀ ਚਾਹੀਦੀ ਵੀ ਜ਼ਿੰਦਗੀ ਸਾਡੀ ਇੱਕ ਦਿਨ ਹਰ ਹਾਲਤ ਵਿੱਚ ਖਤਮ ਹੋਣ ਵਾਲੇ ਪਾਸੇ ਜਾ ਰਹੀ ਏ। ਇਹ ਜਿਉਣਾ ਸਦਾ ਲਈ ਨਹੀਂ ਜਿਉਣਾ, ਇਹ ਜਿਉਣਾ ਕੁਛ ਚਿਰ ਲਈ ਏ, ਤੇ ਜਿਉਣਾ ਵੀ ਸੁਪਨੇ ਦੀ ਤਰ੍ਹਾਂ ਹੈ। ਅਸੀਂ ਇੱਕ ਸੁਪਨੇ ਵਿੱਚ ਹੀ ਇਹ 100 ਸਾਲ ਬਿਤਾ ਕੇ ਚਲੇ ਜਾਂਦੇ ਹਾਂ। ਤੁਸੀਂ ਵੇਖਿਆ ਹੋਣਾ ਜਦੋਂ ਆਪਾਂ ਸੁਪਨਾ ਰਾਤ ਨੂੰ ਵੇਖਦੇ ਹਾਂ ਤੇ ਉਹ ਕੁਝ ਸੈਕਿੰਡਸ ਦਾ ਹੁੰਦਾ ਹੈ ਜੀ, ਉਹ ਘੰਟਿਆਂ ਦਾ ਨਹੀਂ ਹੁੰਦਾ। ਇੱਕ ਛੋਟੇ ਜਿਹੇ ਟਾਈਮ ਦਾ ਇੱਕ ਛੋਟਾ ਜਿਹਾ ਸੁਪਨਾ ਅਸੀਂ ਵੇਖਦੇ ਹਾਂ, ਜਿਹਦੇ ਵਿੱਚ ਅਸੀਂ 100 ਸਾਲਾਂ ਦੀ ਆਪਣੀ ਜ਼ਿੰਦਗੀ ਵੇਖਦੇ ਹਾਂ। ਜਨਮ ਹੋਇਆ, ਜਵਾਨੀ ਆਈ, ਬੁਢੇਪਾ ਆਇਆ, ਪਰਿਵਾਰ ਵਧਿਆ ਤੇ ਫਿਰ ਮਰ ਗਏ।
ਇਹ ਕੁਝ ਸੈਕਿੰਡਸ ਦੇ ਵਿੱਚ ਅਸੀਂ ਵੇਖ ਲੈਂਦੇ ਹਾਂ ਸੁਪਨੇ ਵਿੱਚ। ਆਹ ਜਿਹੜੀ 100 ਸਾਲ ਦੀ ਜ਼ਿੰਦਗੀ ਹੈ ਨਾ ਜੀ, ਜਿਸ ਦਿਨ ਕਿਸੇ ਗੁਰਮੁਖ ਪਿਆਰੇ ਦੀ ਗਿਆਨ ਦੇ ਪ੍ਰਕਾਸ਼ ਵਿੱਚ ਅੱਖ ਖੁੱਲ ਗਈ, ਇਹ 100 ਸਾਲ ਇੱਕ ਸੁਪਨਾ ਹੀ ਪਾਸੇਗਾ। ਇਸ ਨੂੰ ਆਪਾਂ ਸਮਝਣਾ, ਆਪਾਂ ਸਾਰਿਆਂ ਨੇ ਸਮਝਣਾ, ਮੈਂ ਵੀ ਸਮਝਣਾ ਤੇ ਤੁਸੀਂ ਵੀ, ਕਿ ਸੰਸਾਰ ਦੀ ਅਸਲੀਅਤ ਕੀ ਹੈ। ਬਾਬਾ ਫਰੀਦ ਜੀ ਨੇ ਸਾਡੇ ਸਾਹਮਣੇ ਬਚਨ ਰੱਖੇ ਨੇ, ਜੇ 100 ਵਰ੍ਹਿਆਂ ਜੀਵਨਾ ਭੀ ਤਨ ਹੋ ਸੀਖੇ। ਇਸ ਸਰੀਰ ਨੇ ਖਾਕ ਦੀ ਢੇਰੀ ਭਾਈ ਗੁਰਮੁਖੋ ਹੋਣਾ ਹੀ ਹੋਣਾ ਹੈ। ਅਗਲਾ ਬਚਨ ਹੈ ਬਾਬਾ ਜੀ ਦਾ, ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ। ਪਰਾਏ ਬਾਰ ਤੇ ਬਹਿਣ ਦਾ ਮਤਲਬ ਕੀ ਹੈ? ਕਿਸੇ ਦੀ ਮੁਥਾਜੀ ਕਰਨੀ, ਕਿਸੇ ਦੇ ਮੁਥਾਜ ਹੋਣਾ, ਕਿਸੇ ਦੇ ਗੁਲਾਮ ਹੋਣਾ। ਇਸ ਨੂੰ ਆਖਦੇ ਨੇ ਬਾਰ ਪਰਾਇਆ ਬੈਸਣਾ। ਤੇ ਫਰੀਦ ਸਾਹਿਬ ਨੂੰ ਇਹ ਗੁਲਾਮੀ ਪਸੰਦ ਨਹੀਂ। ਅਸਲ ਵਿੱਚ ਕਿਸੇ ਵੀ ਜੀਵ ਨੂੰ ਗੁਲਾਮੀ ਪਸੰਦ ਨਹੀਂ। ਹਰ ਜੀਵ ਆਜ਼ਾਦੀ ਚਾਹੁੰਦਾ ਕਿ ਮੈਂ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜੀਵਾਂ, ਮੈਂ ਆਪਣਾ ਜੀਵਨ ਆਪਣੀ ਮਰਜ਼ੀ ਨਾਲ ਜੀਵਾਂ। ਕੋਈ ਮੇਰੇ ਉੱਤੇ, ਮੇਰੇ ਸਿਰ ਤੇ ਡੰਡਾ ਨਾ ਰੱਖੇ ਕਿ ਤੈਨੂੰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਜੀਣਾ ਪਏਗਾ। ਔਰ ਆਪਾਂ ਵੇਖਿਆ ਜੀਵਨ, ਆਪਾਂ ਇਤਿਹਾਸ ਪੜ੍ਹਿਆ, ਤੁਸੀਂ ਦੁਨੀਆ ਦਾ ਇਤਿਹਾਸ ਪੜ੍ਹਿਆ ਹੋਣਾ। ਜੇ ਇਕੱਲਾ ਹਿੰਦੁਸਤਾਨ ਦਾ ਹੀ ਪੜ੍ਹ ਲਓ, ਤੇ ਜਦੋਂ ਤੋਂ ਮੁਗਲ ਆਏ, ਉਹਨਾਂ ਨੇ ਹਿੰਦੁਸਤਾਨੀਆਂ ਦੇ ਸਿਰ ਤੇ ਡੰਡਾ ਰੱਖ ਕੇ ਉਹਨਾਂ ਨੂੰ ਜੀਣ ਵਾਲੇ ਪਾਸੇ ਨੂੰ ਤੋਰਿਆ ਕਿ ਜਿਵੇਂ ਅਸੀਂ ਆਖਦੇ ਹਾਂ ਤੁਸੀਂ ਉਸ ਤਰ੍ਹਾਂ ਜੀਓ। ਹੋਰ ਕੋਈ ਦੂਜਾ ਤਰੀਕਾ ਨਹੀਂ ਹੈ ਜੀਣ ਦਾ, ਬਸ ਇੱਕੋ ਹੀ ਤਰੀਕਾ ਹੈ ਜੋ ਸਾਡਾ ਹੁਕਮ ਹੈ। ਲੋਕ ਸਹਿੰਦੇ ਰਹੇ। ਗੁਰੂ ਨਾਨਕ ਸਾਹਿਬ ਦੁਨੀਆ ਵਿੱਚ ਆਏ, ਉਹਨਾਂ ਨੇ ਇੱਕ ਆਵਾਜ਼ ਉਠਾਈ ਕਿ ਕਿਸੇ ਨੂੰ ਕੀ ਹੱਕ ਹੈ ਕਿਸੇ ਦੀ ਆਜ਼ਾਦੀ ਉਹ ਖੋਵੇ, ਚਾਹੇ ਆਜ਼ਾਦੀ ਧਾਰਮਿਕ ਹੋਵੇ, ਚਾਹੇ ਆਜ਼ਾਦੀ ਸਮਾਜਿਕ ਹੋਵੇ। ਕਿਸੇ ਨੂੰ ਕੋਈ ਹੱਕ ਨਹੀਂ ਕਿਸੇ ਦੂਜੇ ਦੀ ਆਜ਼ਾਦੀ ਨੂੰ ਖੋਹਣ ਦਾ। ਗੁਰੂ ਨਾਨਕ ਸਾਹਿਬ ਨੇ ਇਸ ਆਵਾਜ਼ ਨੂੰ ਬੁਲੰਦ ਕੀਤਾ ਔਰ ਉਹਨਾਂ ਨੇ 239 ਸਾਲ ਇਸ ਗੱਲ ਤੇ ਪਹਿਰਾ ਦਿੱਤਾ। ਉਹਨਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ, ਉਹਨਾਂ ਨੂੰ ਬਿਨਾਂ ਵਜ੍ਹਾ ਤੋਂ ਲੜਾਈ ਦੇ ਮੈਦਾਨ ਵਿੱਚ ਉਤਰਨਾ ਪਿਆ, ਉਹਨਾਂ ਦੇ ਪਰਿਵਾਰ ਸ਼ਹੀਦ ਹੋਏ, ਉਹਨਾਂ ਦੇ ਘਰ ਘਾਟ ਉੱਜੜ ਗਏ, ਪਰ ਉਹਨਾਂ ਨੇ ਜਿਸ ਆਵਾਜ਼ ਨੂੰ ਬੁਲੰਦ ਕੀਤਾ ਸੀ ਉਸ ਨੂੰ ਪੂਰਿਆਂ ਕਰਕੇ ਵਿਖਾਇਆ। ਬਾਬਾ ਫਰੀਦ ਜੀ ਗੁਰੂ ਨਾਨਕ ਸਾਹਿਬ ਤੋਂ ਬਹੁਤ ਚਿਰ ਪਹਿਲਾਂ ਹੋਏ ਨੇ। ਫਰੀਦ ਜੀ ਆਂਦੇ ਨੇ ਮੈਨੂੰ ਵੀ ਗੁਲਾਮੀ ਪਸੰਦ ਨਹੀਂ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਨੂੰ ਆਪ ਨਹੀਂ ਪਸੰਦ। ਫਰੀਦ ਜੀ ਕਹਿੰਦੇ ਨੇ ਮੈਨੂੰ ਪਸੰਦ ਨਹੀਂ, ਗੁਰੂ ਜੀ ਕਹਿੰਦੇ ਨੇ ਮੈਨੂੰ ਕਿਸੇ ਦੀ ਵੀ ਪਸੰਦ ਨਹੀਂ ਗੁਲਾਮੀ। ਕੋਈ ਵੀ ਮਨੁੱਖ ਗੁਲਾਮ ਨਹੀਂ ਹੋਣਾ ਚਾਹੀਦਾ, ਸਾਰੇ ਹੀ ਆਜ਼ਾਦ ਹੋਣੇ ਚਾਹੀਦੇ ਨੇ। ਪਰ ਸਿੱਖ ਕੌਮ ਜਿਹੜੀ ਏ, ਸਿੱਖ ਕੌਮ ਦੇ ਭਾਗ ਇਸ ਤਰ੍ਹਾਂ ਦੇ ਹੀ ਨੇ, ਖੋਰੇ ਅਸੀਂ ਆਪ ਬਣਾਏ ਨੇ। ਵੈਸੇ ਮੇਰਾ ਇਹ ਮੰਨਣਾ ਹੈ ਜੀ ਕਿ ਅਸੀਂ ਆਪਣੇ ਭਾਗ ਆਪ ਬਣਾਉਂਦੇ ਹਾਂ, ਸਾਡੇ ਭਾਗ ਕੋਈ ਨਹੀਂ ਸਾਨੂੰ ਬਣਾ ਕੇ ਦਿੰਦਾ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ, ਅੱਗੇ ਬਾਬਾ ਬੰਦਾ ਸਿੰਘ ਬਹਾਦਰ ਆਜ਼ਾਦੀ ਲਈ ਹੀ ਲੜਦੇ ਰਹੇ। ਮਹਾਰਾਜਾ ਰਣਜੀਤ ਸਿੰਘ ਨੇ ਉਸ ਆਜ਼ਾਦੀ ਦੇ ਆਨੰਦ ਨੂੰ ਥੋੜ੍ਹਾ ਸਮਾਂ ਮਾਣਿਆ ਤੇ ਉਹਦੀ ਰਈਅਤ ਨੇ ਵੀ ਮਾਣਿਆ। ਮਹਾਰਾਜਾ ਰਣਜੀਤ ਸਿੰਘ ਦੱਸਦੇ ਨੇ ਕਿ 1839 ਵਿੱਚ ਉਹਨਾਂ ਦਾ ਦੇਹਾਂਤ ਹੋਇਆ ਸੀ। ਉਦੋਂ ਤੋਂ ਸਿੱਖ ਕੌਮ ਗੁਲਾਮ ਹੋਈ ਹੈ। ਪਹਿਲਾਂ ਅੰਗਰੇਜ਼ਾਂ ਦੀ ਗੁਲਾਮੀ, 100 ਸਾਲ ਉਹਨਾਂ ਦੀ ਗੁਲਾਮੀ ਕੱਟੀ, ਤੇ ਜੇ ਉਹਨਾਂ ਤੋਂ ਆਜ਼ਾਦ ਹੋਏ ਤੇ ਕਿਸੇ ਹੋਰ ਦੇ ਗੁਲਾਮ ਹੋ ਗਏ। ਅੱਜ ਤੱਕ ਸਿੱਖ ਕੌਮ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਗੁਲਾਮੀ ਦੀ ਜ਼ਿੰਦਗੀ ਜੀ ਰਹੀ ਹੈ। ਮੈਂ ਪੰਜਾਬ ਦੀ ਧਰਤੀ ਨੂੰ ਆਖਣਾ ਚਾਹੁੰਦਾ ਕਿ ਤੂੰ ਬੜੇ ਵੱਡੇ ਵੱਡੇ ਸੂਰਮੇ ਪੈਦਾ ਕੀਤੇ, ਤੂੰ ਗੁਰੂ ਪੈਦਾ ਕੀਤੇ, ਤੂੰ ਮਹਾਰਾਜਾ ਰਣਜੀਤ ਸਿੰਘ ਵਰਗੇ ਪੈਦਾ ਕੀਤੇ, ਜਿਨ੍ਹਾਂ ਨੇ ਕੁਝ ਸਮੇਂ ਲਈ ਉਸ ਖਿੱਤੇ ਦੇ ਲੋਕਾਂ ਨੂੰ
ਆਜ਼ਾਦੀ ਦਾ ਆਨੰਦ ਲੈਣ ਲਈ ਉਹਨਾਂ ਨੂੰ ਖੁੱਲ੍ਹਾ ਸਮਾਂ ਦਿੱਤਾ। ਪਰ ਇਹ ਪੰਜਾਬ ਦੀ ਧਰਤੀ ਤੋਂ ਮਹਾਰਾਜੇ ਰਣਜੀਤ ਸਿੰਘ ਤੋਂ ਬਾਅਦ ਇੱਕ ਵੀ ਬੰਦਾ ਨਹੀਂ ਪੈਦਾ ਕਰ ਸਕੀ ਜਿਹੜਾ ਇਸ ਪਬਲਿਕ ਨੂੰ ਆਜ਼ਾਦੀ ਦਾ ਮੂੰਹ ਵਿਖਾ ਸਕੇ। ਕਰ ਪੰਜਾਬ ਦੀ ਧਰਤੀ ਨੂੰ ਤੁਸੀਂ ਵੀ ਆਖੋ ਵੀ ਕੋਈ ਇਹੋ ਜਿਹਾ ਸੂਰਮਾ ਮਹਾਰਾਜਾ ਰਣਜੀਤ ਸਿੰਘ ਵਰਗਾ ਪੈਦਾ ਕਰ। ਇਹੋ ਜਿਹੇ ਨਾ ਪੈਦਾ ਕਰੀ ਆਪ ਮਰਨ ਤੇ ਦੂਜਿਆਂ ਨੂੰ ਮਰਵਾਉਣ। ਇਹੋ ਜਿਹਾ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਜੇ ਤੁਸੀਂ ਪੜ੍ਹਿਆ ਹੋਣਾ, ਸਾਰਿਆਂ ਨੇ ਪੜ੍ਹਿਆ ਹੋਣਾ। ਉਹਦਾ ਰਾਜ ਸੱਚੀ ਮੁੱਚੀ ਜਿਸ ਨੂੰ ਗੁਰੂ ਨਾਨਕ ਸਾਹਿਬ ਹਲੇਮੀ ਰਾਜ ਆਖਦੇ ਨੇ ਨਾ, ਉਹ ਹੀ ਰਾਜ ਸੀ। ਉਹਦੇ ਵਿੱਚ ਕਿਸੇ ਨੂੰ ਬਿਨਾਂ ਵਜ੍ਹਾ ਕੋਈ ਦੰਡ ਕਦੇ ਵੀ ਨਹੀਂ ਮਿਲਿਆ। ਸੋ ਗੁਲਾਮੀ ਤੋਂ ਆਜ਼ਾਦ ਹੋਣਾ ਇਹ ਮਨੁੱਖ ਦਾ ਸੁਭਾਅ ਹੈ ਤੇ ਸਾਨੂੰ ਹੋਣਾ ਚਾਹੀਦਾ। ਫਰੀਦ ਸਾਹਿਬ ਆਖਦੇ ਨੇ ਮੈਨੂੰ ਵੀ ਗੁਲਾਮੀ ਪਸੰਦ ਨਹੀਂ, ਸਾਈਂ ਮੁਝੇ ਨਾ ਦੇ, ਹੇ ਮੇਰੇ ਵਾਹਿਗੁਰੂ ਇਹ ਗੁਲਾਮੀ ਮੈਨੂੰ ਨਾ ਦੇਈ, ਕਿਸੇ ਦੀ ਵੀ ਹੋਵੇ ਭਾਵੇਂ, ਚਾਹੇ ਉਹ ਧਾਰਮਿਕ ਪਹਿਲੂ ਤੋਂ ਹੋਵੇ, ਪਰਿਵਾਰਕ ਸਮਾਜਿਕ ਜਾਂ ਮੁਲਕ ਦੇ ਪਹਿਲੂ ਤੋਂ ਹੋਵੇ। ਮੈਨੂੰ ਗੁਲਾਮੀ ਪਸੰਦ ਨਹੀਂ। ਜੇ ਤੂੰ ਇਵੇਂ ਰੱਖ ਸੀ, ਜੇ ਤੂੰ ਮੈਨੂੰ ਗੁਲਾਮ ਹੀ ਕਿਸੇ ਦਾ ਬਣਾ ਕੇ ਰੱਖਣਾ ਹੈ, ਜੀਓ ਸ਼ਰੀਰੋਂ ਲੈ, ਇਹਦੇ ਨਾਲ ਮੈਂ ਮਰਿਆ ਚੰਗਾ ਹਾਂ। ਇਹ ਬਾਬਾ ਫਰੀਦ ਜੀ ਦੇ ਬਚਨ ਨੇ ਜੀ। ਅਸੀਂ ਕਹਿੰਦੇ ਹਾਂ ਕਈ ਵਾਰੀ ਕਿ ਉਹ ਸੂਫੀ ਸਾਧੂ ਸਨ, ਉਹ ਫਕੀਰ ਸਨ। ਵੇਖੋ ਉਹਨਾਂ ਦੇ ਬਚਨ, ਜਦੋਂ ਆਪਾਂ ਉਹਨਾਂ ਨੂੰ ਇਸ ਤਰ੍ਹਾਂ ਪੜਾਂਗੇ ਨਾ, ਕੱਲਾ ਕੱਲਾ ਅੱਖਰ ਅੱਖਰ ਕਰਕੇ ਗੁਰਬਾਣੀ ਵਿੱਚੋਂ, ਤੇ ਸਮਝ ਆਏਗੀ ਉਹ ਕੇਵਲ ਸਾਧੂ ਹੀ ਨਹੀਂ ਸਨ, ਉਹ ਇੱਕ ਸੂਰਮੇ ਸਨ। ਤੁਸੀਂ ਭਗਤ ਕਬੀਰ ਸਾਹਿਬ ਦਾ ਜੀਵਨ ਪੜ੍ਹ ਕੇ ਵੇਖੋ। ਭਗਤ ਕਬੀਰ ਵਰਗਾ ਆਪਣੇ ਸਮੇਂ ਦਾ ਕ੍ਰਾਂਤੀਕਾਰੀ ਕੋਈ ਬੰਦਾ ਹੀ ਨਹੀਂ ਲੱਭਦਾ ਪੂਰੇ ਹਿੰਦੁਸਤਾਨ ਵਿੱਚ, ਜਿੰਨੇ ਉਹ ਕ੍ਰਾਂਤੀਕਾਰੀ ਸਨ। ਭਗਤ ਰਵਿਦਾਸ ਜਿਹਾ ਕ੍ਰਾਂਤੀਕਾਰੀ ਕੋਈ ਬੰਦਾ ਨਹੀਂ ਮਿਲਦਾ ਉਹਨਾਂ ਦੇ ਵਕਤ ਦਾ। ਸੋ ਜਿੱਥੇ ਸਾਧੂ ਸਨ, ਜਿੱਥੇ ਭਜਨ ਬੰਦਗੀ ਕਰਦੇ ਸਨ, ਉੱਥੇ ਸਹੀ ਅਰਥਾਂ ਵਿੱਚ ਜੇ ਕਿਸੇ ਨੂੰ ਸੂਰਮਾ ਆਖਿਆ ਜਾ ਸਕਦਾ ਹੈ ਤੇ ਉਹ ਇਹੋ ਹੀ ਲੋਕ ਸਨ ਜਿਨ੍ਹਾਂ ਦੀ ਬਾਣੀ ਆਪਣੇ ਪਾਸ ਮੌਜੂਦ ਹੈ। ਬਾਬਾ ਫਰੀਦ ਜੀ ਆਖਦੇ ਨੇ ਗੁਲਾਮੀ ਨਾਲੋਂ ਮੈਨੂੰ ਮਰ ਜਾਣਾ ਬਿਹਤਰ ਹੈ। ਸੋ ਆਪਾਂ ਵੀ ਆਜ਼ਾਦੀ ਦਾ ਆਨੰਦ ਮਾਣੀਏ। ਸਾਨੂੰ ਤੇ ਇੱਥੇ ਆਜ਼ਾਦੀ ਹੈ ਭਾਈ, ਆਜ਼ਾਦੀ ਦਾ ਆਨੰਦ ਲਵੋ, ਪਰ ਕਾਨੂੰਨ ਦੀ ਕਿਸੇ ਦੀ ਉਲੰਘਣਾ ਸਾਨੂੰ ਨਹੀਂ, ਕਦੇ ਵੀ ਨਹੀਂ ਕਰਨੀ ਚਾਹੀਦੀ। ਜੋ ਸਾਡੇ ਵੱਡਿਆਂ ਨੇ ਕਾਨੂੰਨ ਨਿਯਮ ਬਣਾਏ ਨੇ, ਉਹਨਾਂ ਦੇ ਵਿੱਚ ਚੱਲਣਾ ਗੁਲਾਮੀ ਨਹੀਂ ਜੀ ਹੁੰਦੀ, ਸਗੋਂ ਕਾਨੂੰਨਾਂ ਨੂੰ ਤੋੜਨਾ ਗੁਲਾਮੀ ਵਿੱਚ ਫਸਣਾ ਹੁੰਦਾ। ਇੰਨੇ ਕੁ ਸ਼ਬਦ ਅੱਜ ਤੁਸੀਂ ਪ੍ਰਵਾਨ ਕਰਨਾ ਜੀ। ਮੈਂ ਸ਼ਲੋਕ ਨੰਬਰ 43 ਅੱਜ ਨਹੀਂ ਕਰ ਪਾਇਆ। ਆਉਣ ਵਾਲੇ ਸਮੇਂ 'ਚ ਆਪਾਂ ਸ਼ਲੋਕ ਨੰਬਰ 43 ਜਿਹੜਾ ਹੈ ਉੱਥੋਂ ਸ਼ੁਰੂ ਕਰਕੇ ਅੱਗੇ ਗੱਲ ਆਰੰਭ ਕਰਾਂਗੇ। ਆਓ ਹੁਣ ਆਪ ਜੀ ਕੀਰਤਨ ਦਾ ਆਨੰਦ ਮਾਣੋ। ਪਿਆਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।